ਹੁਣ ਮੈਂ ਉਹ ਚੀਜ਼ ਦੇਖੀ ਸੀ ਤੇ ਵੀ ਇੱਕ ਲੜਕੀ ਐਵਰੈਸਟ ਕਲਾਈਮ ਕਰਕੇ ਆਈ ਸੀ, ਬਹੁਤ ਹੀ ਹਲਕੀ ਉਮਰ ਦੀ ਸੀ ਤੇ ਫੈਮਿਲੀ ਨਾਲ ਗੱਲ ਕੀਤੀ ਕਿ ਵੀ ਮੈਂ ਵੀ ਇਹ ਕੰਮ ਕਰਨਾ ਆ। ਤੇ ਫਾਦਰ ਸਾਹਿਬ ਕਹਿੰਦੇ ਵੀ ਇਹ ਤਾਂ ਬਹੁਤ ਮੁਸ਼ਕਿਲ ਕੰਮ, ਵੀ ਉਹ ਤਾਂ ਹੋਰ ਹੀ ਚਿਹਰੇ ਹੁੰਦੇ ਜਿਹੜੇ ਕੰਮ ਕਰਦੇ ਆ। ਮਾਊਂਟਨ ਟਰੈਕਿੰਗ ਦੀ ਸ਼ੁਰੂਆਤ ਕੀਤੀ, ਸ਼ੁਰੂਆਤ 'ਚ ਔਕੜਾਂ ਤਾਂ ਬਹੁਤ ਆਈਆਂ ਹੋਣੀਆਂ। ਤੁਸੀਂ ਆਪਣਾ ਸਫ਼ਰ ਕਿਵੇਂ ਸ਼ੁਰੂ ਕੀਤਾ? ਮੈਨੂੰ ਤਾਂ ਪੈਰ ਰੱਖਣਾ ਹੀ ਨਹੀਂ ਹੁੰਦਾ ਸੀ। ਸਾਰੇ ਕਲਾਈਂਬਰਸ ਕਰ ਲੈਂਦੇ ਸੀ ਪਰ ਮੈਂ ਪਿੱਛੇ ਰਹਿੰਦੀ, ਮੈਂ ਇਹ ਸੋਚਦੀ ਸੀ ਵੀ ਮੈਂ ਐਵਰੈਸਟ ਕਲਾਈਮ ਕਰਨਾ, ਵੀ ਮੈਨੂੰ ਪਹਾੜ ਤੇ ਇੱਕ ਪੈਰ ਨਹੀਂ ਰੱਖਣਾ ਆ ਰਿਹਾ। ਮੇਰੇ ਲਈ ਉਹ ਇੱਕ ਸ਼ਰਮ ਦੀ ਗੱਲ ਸੀ। ਕਹਿੰਦੇ ਵੀ ਇੱਥੋਂ ਐਵਰੈਸਟ ਦਿਸਣਾ ਤੁਹਾਨੂੰ, ਹਨਾ। ਤੇ ਉਹ ਮਤਲਬ ਹੁਣ ਸੁਪਨਾ ਐਵਰੈਸਟ ਦੇਖੋ, ਹੁਣ ਤੁਸੀਂ ਜਿਹਨੂੰ ਪਿਆਰ ਕਰਦੇ ਹੋਵੋ ਉਹ ਚੀਜ਼ ਤੁਹਾਨੂੰ ਦਿਸਣੀ ਹੋਵੇ। ਬਹੁਤ ਸਖਤੀ ਹੁੰਦੀ ਆ, ਬਹੁਤ ਹੀ ਸਖਤੀ ਹੁੰਦੀ ਆ। ਮਤਲਬ ਕਿ ਜੇ ਤੁਹਾਡੇ, ਤੁਹਾਨੂੰ ਮੈਂ ਦੱਸਿਆ ਨਾ ਕਿ ਖਾਣ ਦਾ ਵੀ ਸਮਾਂ ਨਹੀਂ। ਉਹ ਇੱਕ ਪਰਬਤ ਰੋਹੀ ਨੂੰ ਇਹ ਹੁੰਦਾ ਵੀ ਮੈਂ ਹੁਣ ਪਹਾੜ ਘਰੇ ਆਇਆ ਆ ਤੇ ਵੀ ਮੈਂ ਆ ਕੇ ਬਸ ਵੀ ਮੈਂ ਸੋ ਜਾਵਾਂ, ਮੇਰੇ ਕੋਲ ਨਾ ਕੋਈ ਹੋਵੇ, ਹਨਾ। ਹੁਣ ਜਦੋਂ ਅਸੀਂ ਅਭਿਆਸ ਵੀ ਕਰਦੇ ਬੜੀ ਮੁਸ਼ਕਲ ਨਾਲ ਸਾਡਾ ਧਿਆਨ ਲੱਗਦਾ, ਕੋਈ ਧਿਆਨ ਉਹਨੂੰ ਭੰਗ ਕਰੇ ਤਾਂ ਬੜਾ ਗੁੱਸਾ ਆਉਂਦਾ, ਹਨਾ। ਕਿਉਂਕਿ ਫਿਰ ਪਿੱਛੇ ਉਸ ਹਿਸਾਬ ਦੇ ਟੀਚਰ ਵੀ ਹੁੰਦੇ ਆ ਨਾ, ਕਿਉਂਕਿ ਡਰ ਮਨੋਂ ਡਰ ਕੱਢ ਦਿੰਦੇ ਆ। ਪਿੱਠ ਦੇ ਬਲ ਪਿੱਛੇ ਨੂੰ ਡਿੱਗਣਾ ਹੋਵੇ ਜਾਂ ਮੂੰਹ ਦੇ ਬਲ ਅੱਗੇ ਨੂੰ ਪਹਾੜ ਤੋਂ ਆਉਣਾ ਹੋਵੇ, ਇਹ ਸਾਰੀਆਂ ਚੀਜ਼ਾਂ ਮਤਲਬ ਡਰ ਕੱਢ ਦਿੰਦੇ ਆ। ਤੇ ਬਾਕੀ ਉਸਤਾਦ ਹੀ ਕਹਿੰਦੇ ਵੀ ਪਿੱਛੇ ਜੇ ਜੁੱਤੀ ਕਾਇਮ ਹੋਵੇ ਨਾ ਤਾਂ ਫਿਰ ਇੱਕ ਖਿਡਾਰੀ ਫਿਰ ਚੰਡਿਆ ਹੋਇਆ ਖਿਡਾਰੀ ਬਣ ਜਾਂਦਾ ਆ ਫਿਰ। ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਦੀਪ। ਇੱਕ ਵਾਰ ਅਸੀਂ ਫਿਰ ਤੋਂ ਹਾਜ਼ਰ ਹਾਂ ਤੁਹਾਡਾ ਮਨਪਸੰਦ ਸ਼ੋਅ ਲੈ ਕੇ, ਖਾਸ ਮੁਲਾਕਾਤ। ਅੱਜ ਜਿਸ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਅਸ਼ੋਕਾ ਹਿੱਲ, ਟਾਈਗਰ ਹਿੱਲ ਵਰਗੀਆਂ ਉੱਚੀਆਂ ਪਹਾੜੀਆਂ ਨੂੰ ਛੂਹਿਆ ਹੈ। ਆਓ ਗੱਲਬਾਤ ਕਰਕੇ ਕਰਾਂਗੇ ਉਹਨਾਂ ਦਾ ਜੋ ਪਿਛੋਕੜ ਬਾਰੇ ਜਾਣਾਂਗੇ। ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸ ਦਿਓ, ਕੀ ਨਾਮ ਤੁਹਾਡਾ? ਮੇਰਾ ਨਾਮ ਪ੍ਰਿਆ ਅੰਬੇਦਕਰ ਆ ਤੇ ਸਭ ਤੋਂ ਪਹਿਲਾਂ ਥੈਂਕ ਯੂ ਆ ਪੰਜਾਬ ਟੀਮ ਦਾ, ਮੀਡੀਆ ਚੈਨਲ ਦਾ, ਕਿ ਉਹ ਸਾਡੇ ਨਾਲ ਇੱਕ ਗੱਲਬਾਤ ਕਰਨ ਆਏ ਆ ਤਾਂ ਕਿ ਕਿਸੇ ਹੋਰ ਤੱਕ ਇਸ ਚੀਜ਼ ਨੂੰ ਨਾ ਵੀ ਉਹਨਾਂ ਨੂੰ ਇੱਕ ਪ੍ਰੇਰਨਾ ਮਿਲ ਸਕੇ। ਸੋ ਬਹੁਤ ਵਧੀਆ ਕੰਮ ਕਰਦੇ ਆ, ਥੈਂਕ ਯੂ। ਮੈਡਮ ਜੀ, ਪਰਿਵਾਰ ਦੀ ਗੱਲ ਕਰੀਏ, ਪਰਿਵਾਰ 'ਚ ਕੌਣ ਕੌਣ ਨੇ? ਪਰਿਵਾਰ ਵਿੱਚ ਮੇਰੀ ਜੁਆਇੰਟ ਫੈਮਿਲੀ ਆ ਤੇ ਚਾਚੇ ਤਾਏ ਸਾਰੇ ਹੀ ਆ। ਤੇ ਸਾਡੀ ਫੈਮਿਲੀ ਦੇ ਵਿੱਚੋਂ ਜਿੱਦਾਂ ਕਿ ਮੈਂ ਇਕੱਲੀ ਕੁੜੀ ਆ ਤੇ ਕਹਿ ਦੋ ਵੀ ਦਾਦੇ ਬਾਬਿਆਂ ਨੇ, ਪੜਦਾਦਿਆਂ ਨੇ ਤੇ ਇੱਕ ਮਰਦਾ ਵਾਂਗੂ ਰੱਖਿਆ ਆ। ਸੋ ਇਹ ਉਹਨਾਂ ਦੀ ਇੱਕ ਗੁੜਤੀ ਆ ਵੀ ਜਿਹੜਾ ਮੈਂ ਪਰਿਵਾਰ ਵਿੱਚ ਇੱਕ ਡਿਫਰੈਂਟ ਕੰਮ, ਪਰਿਵਾਰ ਹੀ ਕਹਿ ਦੋ ਕਿ ਪੂਰੀ ਬੂਟਾ ਮੰਡੀ ਦੇ ਵਿੱਚ ਇੱਕ ਡਿਫਰੈਂਟ ਫੀਲਡ ਚੁਣਨ ਦੇ ਕਾਬਲ ਬਣ ਸਕੀ। ਹੁਣ ਅਗਰ ਅਸੀਂ ਮਾਊਂਟੇਨ ਦੀ ਗੱਲ ਕਰੀਏ, ਜਲੰਧਰ ਦੇ ਲਾਗੇ ਛਾਗੇ ਕੋਈ ਵੀ ਮਾਊਂਟੇਨ ਨਹੀਂ ਆ, ਇਹ ਖਿਆਲ ਮਨ 'ਚ ਕਿਵੇਂ ਆ ਗਿਆ ਤੁਹਾਡੇ? ਇਹ ਕਹਿ ਦੋ ਕਿ ਸੋਸ਼ਲ ਮੀਡੀਆ ਇੱਕ ਇਹਦੇ ਤੇ ਵਧੀਆ ਚੀਜ਼ਾਂ ਵੀ ਆ ਅਗਰ ਦੇਖਣਾ ਚਾਹੀਏ ਤਾਂ, ਤੇ ਮਾੜੀਆਂ ਚੀਜ਼ਾਂ ਵੀ ਆ। ਉਹ ਇਨਸਾਨ ਦਾ ਮਾਈਂਡ ਹੀ ਆ ਵੀ ਉਹ ਕਿਸ ਚੀਜ਼ ਨੂੰ ਕੈਰੀ ਕਰਦਾ ਆ। ਹੁਣ ਮੈਂ ਉਹ ਚੀਜ਼ ਦੇਖੀ ਸੀ ਤੇ ਵੀ ਇੱਕ ਲੜਕੀ ਐਵਰੈਸਟ ਕਲਾਈਮ ਕਰਕੇ ਆਈ ਸੀ, ਬਹੁਤ ਹੀ ਹਲਕੀ ਉਮਰ ਦੀ ਸੀ ਤੇ ਫੈਮਿਲੀ ਨਾਲ ਗੱਲ ਕੀਤੀ ਕਿ ਵੀ ਮੈਂ ਵੀ ਇਹ ਕੰਮ ਕਰਨਾ ਆ। ਤੇ ਫਾਦਰ ਸਾਹਿਬ ਕਹਿੰਦੇ ਵੀ ਇਹ ਤਾਂ ਬਹੁਤ ਮੁਸ਼ਕਿਲ ਕੰਮ, ਵੀ ਉਹ ਤਾਂ ਹੋਰ ਹੀ ਚਿਹਰੇ ਹੁੰਦੇ ਜਿਹੜੇ ਕੰਮ ਕਰਦੇ ਆ, ਵੀ ਇੰਨੀ ਡਿਫਿਕਲਟੀਆਂ ਆਉਂਦੀਆਂ ਆ, ਆਕਸੀਜਨ ਖਤਮ ਹੋ ਜਾਂਦੀ ਆ ਜਾਂ ਕਹਿ ਦੋ ਭੁਚਾਲ ਆ ਜਾਂਦੇ ਆ, ਵੀ ਇਹ ਤਾਂ ਬਹੁਤ ਇੱਕ ਸਰਵਾਈਵ ਕਰਨਾ ਪੈਂਦਾ, ਵੀ ਤੂੰ ਨਹੀਂ ਇਹ ਕਰ ਸਕਦੀ। ਤੇ ਮੈਂ ਕਿਹਾ ਵੀ ਜਦ ਉਹ ਕਰ ਸਕਦੀ ਮੈਂ ਕਿਉਂ ਨਹੀਂ ਕਰ ਸਕਦੀ, ਹਨਾ। ਤੇ ਮੈਂ ਇਸ ਚੀਜ਼ ਦੇ ਵਿੱਚ ਬਹੁਤ ਜਿੱਦੀ ਆ, ਯਾਨੀ ਕਿ ਜਿਸ ਚੀਜ਼ ਦੇ ਵਿੱਚ ਮੈਨੂੰ ਇਹ ਸੀ ਵੀ ਇਸ ਚੀਜ਼ ਦੇ ਵਿੱਚ ਮੇਰਾ ਸਮਾਜਿਕ ਹਿੱਤ ਵੀ ਜੁੜਿਆ ਆ, ਰਾਸ਼ਟਰੀ ਹਿੱਤ ਵੀ ਜੁੜਿਆ, ਕਿਉਂਕਿ ਇਹ ਇਕੱਲੀ ਇੱਕ ਮੇਰੀ ਜਿੱਦ ਨਹੀਂ ਸੀ, ਇਹਦੇ ਵਿੱਚ ਇੱਕ ਜਿੱਦ ਸੀ ਵੀ ਪੂਰੇ ਸਮਾਜ ਦਾ ਨਾਮ ਹੋਣਾ, ਪੂਰੇ ਦੇਸ਼ ਦਾ ਨਾਮ ਹੋਣਾ। ਤੇ ਮੈਂ ਇਹ ਜਿੱਦ ਫੜੀ ਤੇ ਪਰਿਵਾਰ ਨਾਲ ਬਗਾਵਤ ਵੀ ਕਰਨੀ ਪਈ। ਤੇ ਫਿਰ ਮੇਰੇ ਸਮਾਜ ਨੇ ਮੇਰਾ ਬਹੁਤ ਸਾਥ ਦਿੱਤਾ ਸੀ। ਡਾਕਟਰ ਅੰਬੇਦਕਰ ਚੇਤਨਾ ਮਾਰਚ ਕਹਿ ਲਓ, ਤੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸੀ ਤੇ ਉਹਨਾਂ ਦੇ ਸਾਥ ਦੀ ਬਦੌਲਤ ਹੀ ਕਹਿ ਲਓ ਵੀ ਮੈਂ ਇਹ ਕੰਮ ਕਰ ਪਾਈ ਹੈ ਨਾ।
ਤੁਸੀਂ ਮਾਊਂਟੇਨ ਟਰੈਕਿੰਗ ਦੀ ਸ਼ੁਰੂਆਤ ਕੀਤੀ, ਸ਼ੁਰੂਆਤ 'ਚ ਔਕੜਾਂ ਤਾਂ ਬਹੁਤ ਆਈਆਂ ਹੋਣੀਆਂ, ਤੁਸੀਂ ਆਪਣਾ ਸਫ਼ਰ ਕਿਵੇਂ ਸ਼ੁਰੂ ਕੀਤਾ? ਪਹਿਲਾਂ ਪਹਿਲਾਂ ਤਾਂ ਇਦਾਂ ਸੀ ਵੀ ਸਾਨੂੰ ਕੋਈ ਸਿਖਾਉਣ ਵਾਲਾ ਨਹੀਂ ਸੀ, ਹੈਨਾ। ਕੋਈ ਕਹਿ ਦੋ ਵੀ ਅਗਰ ਤੁਸੀਂ ਉਸ ਮੁਕਾਮ ਤੇ ਪਹੁੰਚਣਾ ਤੇ ਤੁਹਾਡੇ ਕੋਲ ਇੱਕ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਨਾ। ਗੁਰੂ ਬਿਨਾਂ ਗਤੀ ਨਹੀਂ ਹੈਗੀ ਬੰਦੇ ਦੀ। ਪਰ ਮੈਂ ਜਿੱਦਾਂ ਐਨਸੀਸੀ ਦੀ ਸਟੂਡੈਂਟ ਸੀ, ਪਹਿਲਾਂ ਸੀਨੀਅਰ ਅੰਡਰ ਆਫੀਸਰ ਰਹਿ ਚੁੱਕੀ ਆ, ਕੈਡਟ ਰਹਿ ਚੁੱਕੀ ਆ, ਤੇ ਮੈਨੂੰ ਇਹ ਹੁੰਦਾ ਸੀ ਵੀ ਮੇਰੇ ਟੀਚਰ ਮੇਰੇ ਕੋਲ ਹੀ ਆ। ਮੈਂ ਉਹਨਾਂ ਨੂੰ ਇੱਕ ਇਮੇਜਿਨ ਕਰਦੀ ਸੀ ਵੀ ਮੇਰੇ ਕੋਲ ਹੀ ਆ, ਵੀ ਉਹ ਮੈਨੂੰ ਸਿਖਾ ਰਹੇ ਆ। ਮੈਂ ਇੱਥੇ ਹੀ ਪ੍ਰੈਕਟਿਸ ਕਰਦੀ ਹੁੰਦੀ ਸੀ, ਤੇ ਇੱਥੋਂ ਆਪਣੇ ਦਮ ਤੇ ਜਿੰਨਾ ਵੀ ਬੰਦਾ ਕਰ ਪਾਏ ਉਨਾ ਕੁ ਮੈਂ ਕਰਕੇ ਤਾਂ ਮਤਲਬ ਮੈਂ ਉਸ ਮਾਊਂਟੇਨ ਤੇ ਕਦਮ ਰੱਖਿਆ। ਪਰ ਪਹਿਲੀ ਵਾਰ ਜਦੋਂ ਮੈਨੂੰ ਉੱਤੇ ਕਦਮ ਵੀ ਰੱਖਣਾ ਨਹੀਂ ਆਉਂਦਾ ਸੀ, ਉਹ ਜਿਹੜੀ HMI ਰੌਕ ਕਲਾਈਮਿੰਗ ਆ, ਜਿੱਤੇ ਕਿ ਪਹਿਲਾਂ ਪਰਬਤ ਰੋਹੀ ਜਿਹੜੇ ਉੱਤੇ ਪ੍ਰੈਕਟਿਸ ਹੀ ਕਰਦੇ ਆ, ਮੈਨੂੰ ਉੱਤੇ ਪੈਰ ਰੱਖਣਾ ਹੀ ਨਹੀਂ ਆਉਂਦਾ ਸੀ। ਸਾਰੇ ਕਲਾਈਂਬਰਸ ਕਰ ਲੈਂਦੇ ਸੀ, ਪਰ ਮੈਂ ਪਿੱਛੇ ਰਹਿੰਦੀ। ਮੈਂ ਇਹ ਸੋਚਦੀ ਸੀ ਵੀ ਮੈਂ ਐਵਰੈਸਟ ਕਲਾਈਮ ਕਰਨਾ, ਵੀ ਮੈਨੂੰ ਪਹਾੜ ਤੇ ਇੱਕ ਪੈਰ ਨਹੀਂ ਰੱਖਣਾ ਆ ਰਿਹਾ। ਮੇਰੇ ਲਈ ਉਹ ਇੱਕ ਸ਼ਰਮ ਦੀ ਗੱਲ ਸੀ। ਉਸ ਤੋਂ ਬਾਅਦ ਕਹਿੰਦੇ ਨਾ ਸੋਚਣ ਦੇ ਨਾਲ ਕੁਝ ਨਹੀਂ ਹੁੰਦਾ, ਪਰ ਮੈਂ ਜਦੋਂ ਤੋਂ ਨਾਕਾਮਯਾਬ ਹੋ ਕੇ 2016 ਨਾਕਾਮਯਾਬ ਹੋ ਕੇ ਆਈ ਸੀ। ਬੇਸ਼ੱਕ ਮੈਂ 12,000 ਫੁੱਟ ਵੀ ਕਰ ਲਿਆ ਸੀ, 8,000 ਫੁੱਟ ਵੀ ਕਰ ਲਿਆ ਸੀ, 12,000 ਦਾ ਸੰਦਕ ਫੁੱਟ ਟਰੈਕ ਕੀਤਾ ਸੀ, 8,000 ਦਾ ਟਾਈਗਰ ਹਿਲ ਉਦੋਂ ਵੀ ਕੀਤਾ ਸੀ। ਪਰ ਮੈਂ ਦੁਬਾਰਾ ਇਹ ਚੀਜ਼ ਨਾ ਮੈਂ ਸੋਚਦੀ ਰਹਿੰਦੀ ਸੀ ਵੀ ਮੈਂ ਇਹ ਕੰਮ ਕਰਨ ਦੇ ਵਿੱਚ ਜਿੱਦਾਂ ਆਪਣੇ ਆਪ ਨੂੰ ਬੰਦੇ ਨੂੰ ਪਤਾ ਹੀ ਹੁੰਦਾ ਵੀ ਮੈਂ ਕਿੰਨਾ ਕੁ ਕੀਤਾ ਨਾ, ਤੇ ਮੈਂ ਸੋਚਦੀ ਰਹਿਣਾ। ਜਦੋਂ ਮੈਨੂੰ ਦੁਬਾਰਾ ਮੌਕਾ ਮਿਲਿਆ ਸੀ ਤੇ ਤੁਸੀਂ ਯਕੀਨ ਕਰਿਓ, ਮੈਂ ਉਸ ਟਰੈਕ ਨਹੀਂ ਪਹਾੜ ਨੂੰ, ਟੈਂਜ਼ਿੰਗ HMI ਨੂੰ ਮੈਂ ਚਾਰੇ ਪਾਸੇ ਫਤਿਹ ਕਰ ਲਿਆ ਸੀ। ਚਾਰੇ ਪਾਸੇ ਮੈਂ ਉਹਦੀ ਚੜ੍ਹਾਈ ਕੀਤੀ ਸੀ, ਚਿਮਣੀਆਂ ਦੀ ਚੜ੍ਹਾਈ ਕੀਤੀ ਸੀ, ਜੋ ਕਿ ਬਹੁਤ ਮੁਸ਼ਕਿਲ ਮੈਨੂੰ ਉਹ ਲੱਗਦੀਆਂ ਸੀਗੀਆਂ। ਤੇ ਇਸ ਤੋਂ ਇਲਾਵਾ ਜਿੱਦਾਂ ਮੁਸ਼ਕਿਲਾਂ ਜਿਹੜੀਆਂ ਹੁੰਦੀਆਂ ਜ਼ਿਆਦਾ, ਉਹ ਇਹ ਸੀਗਾ ਵੀ ਇੱਕ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਇੱਕ ਪ੍ਰੋਫੈਸ਼ਨਲ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ। ਤੇ ਸਭ ਤੋਂ ਔਖੀ ਗੱਲ ਸੀ ਮੇਰੇ ਲਈ weight ਕੈਰੀ ਕਰਨਾ, ਕਿਉਂਕਿ ਸਾਡੀ ਉਸ ਹਿਸਾਬ ਦੀ ਪ੍ਰੈਕਟਿਸ ਨਹੀਂ ਹੋਈ ਸੀਗੀ। ਤੇ weight ਕੈਰੀ ਕਰਨਾ 17 ਕਿਲੋ 18 ਕਿਲੋ ਦਾ ਭਾਰ ਪਿੱਛੇ ਬੰਨ ਕੇ ਫਿਰ ਕਲਾਈਮ ਕਰਨਾ, ਉਹ ਇੱਕ ਮੁਸ਼ਕਿਲ ਚੀਜ਼ ਮੈਂ ਮੰਨਦੀ ਹਾਂ। ਉਹ ਬਹੁਤ ਔਖਾ ਸਮਾਂ ਸੀ ਮੇਰੇ ਲਈ। ਤੁਸੀਂ ਹੁਣ ਤੱਕ ਕਿੰਨੀਆਂ ਪਹਾੜੀਆਂ ਨੂੰ ਜੋ ਟਰੈਕ ਕਰ ਚੁੱਕੇ, ਚੜ੍ਹ ਚੁੱਕੇ ਹੋ? ਮੈਂ ਹੁਣ ਤੱਕ ਤਕਰੀਬਨ 6 ਤੱਕ ਮੈਂ ਕਰ ਚੁੱਕੀ ਹਾਂ, ਜਿਹਦੇ ਵਿੱਚੋਂ ਟਾਈਗਰ ਹਿਲ ਹੋ ਗਿਆ, ਸੰਦਕ ਫੁੱਟ ਟਰੈਕ ਹੋ ਗਿਆ। ਜਾਨੀ ਹਰ ਇੱਕ ਪਹਾੜ ਦੀ ਆਪਣੀ ਇੱਕ ਵੱਖਰੀ ਖਾਸੀਅਤ ਆ। ਜਾਨੀ ਇਦਾਂ ਨਹੀਂ ਵੀ ਇੱਕੋ ਜਿਹਾ ਹੀ ਰਾਸਤਾ ਆ, ਨਹੀਂ, ਵੱਖਰੇ ਤਕਨੀਕਾਂ ਦੇ ਨਾਲ ਇਹ ਚੀਜ਼ ਚੜੀ ਜਾਂਦੀ। ਵੱਖਰਾ ਤੇ ਟਾਈਮ ਲਿਮਿਟ ਹੁੰਦਾ ਆ ਵੀ ਤੁਸੀਂ ਅਗਰ ਮੈਂ ਟਾਈਗਰ ਹਿਲ ਕੀਤਾ ਸੀਗਾ 3 ਘੰਟਿਆਂ ਦੇ ਵਿੱਚ, ਤੇ ਸੰਦਕ ਫੁੱਟ ਟਰੈਕ ਕੀਤਾ ਸੀ 2 ਘੰਟਿਆਂ ਦੇ ਵਿੱਚ, ਮਹਿਜ਼ 2 ਘੰਟਿਆਂ ਦੇ ਵਿੱਚ। ਜਾਨੀ ਕਿ ਹਰ ਇੱਕ ਪਹਾੜ ਦਾ ਆਪਣਾ ਆ ਵੀ ਤੁਹਾਡੀ ਕਿੰਨੀ ਸਪੀਡ ਆ, ਟਾਈਮ ਨੋਟ ਕੀਤਾ ਜਾਂਦਾ, ਉਸਤਾਦ ਵੱਲੋਂ ਟਾਈਮ ਦਿੱਤਾ ਜਾਂਦਾ ਆ। ਤੇ ਇਹ ਸਾਰੀਆਂ ਇਸ ਤੋਂ ਇਲਾਵਾ ਮੈਂ ਰਾਥੋਂਗ ਗਲੇਸ਼ੀਅਰ ਕੀਤਾ ਸੀ, ਤੇ ਜ਼ੋਂਗਰੀ ਹੀਲਾ ਕੀਤਾ। ਜ਼ੋਂਗਰੀ ਹੀਲਾ ਮੈਨੂੰ ਬਹੁਤ ਖੂਬਸੂਰਤ ਲੱਗਦਾ ਆ। ਰਾਤੋਂਗ ਗਲੇਸ਼ੀਅਰ ਵੀ ਬਹੁਤ ਖੂਬਸੂਰਤ, ਪਰ ਜ਼ੋਂਗਰੀ ਹੀਲਾ ਦਾ ਇੱਕ ਵੱਖਰਾ ਹੀ ਕਹਿ ਦੋ, ਇੱਕ ਸਵਰਗ ਆ ਨਾ, ਉਹ ਬਹੁਤ ਖੂਬਸੂਰਤ ਵਿਊ ਪੁਆਇੰਟ ਸੀ। ਜਦੋਂ ਤੁਸੀਂ ਪਹਾੜੀਆਂ ਦੇ ਉੱਪਰ ਟਰੈਕ ਕਰਨ ਲਈ ਜਾਂਦੇ ਹੋ, ਕੁਝ ਯਾਦਗਾਰ ਲਮਹੇ ਜੋ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ? ਹਾਂ, ਯਾਦਗਾਰ ਲਮਹੇ ਇਹ ਆ ਕਿ ਮੈਂ ਕੁਦਰਤ ਨੂੰ ਪਿਆਰ ਕਰਦੀ ਆ। ਮੈਨੂੰ ਅਗਰ ਕੋਈ ਇਦਾਂ ਦੀ ਚੀਜ਼ ਦਿਸਦੀ ਹੈ ਨਾ, ਮੈਂ ਜ਼ਿਆਦਾਤਰ ਉਹ ਤੋਂ ਪੱਥਰ ਇਕੱਠੇ ਕਰ ਲੈਂਦੀ ਹੁੰਦੀ ਸੀ, ਜਾਂ ਨਦੀਆਂ ਦੇ ਵਿੱਚੋਂ ਪੱਥਰ ਚੱਕ ਲੈਣੇ, ਕਿਉਂਕਿ ਉਹ ਇੱਕ ਯਾਦ ਹੁੰਦੀ ਆ। ਫਿਰ ਮੈਂ ਉਹ ਪੱਥਰ ਤੇ ਲਿਖਣਾ ਕਿ ਆਹ ਫਲਾਣੇ ਪਹਾੜ ਤੋਂ ਮੈਂ ਲਿਆਂਦਾ ਸੀ, ਤੇ ਉਹ ਇੱਕ ਯਾਦਾਂ ਆ। ਤੇ ਕਹਿ ਦੋ ਇੱਕ ਯਾਦਗਾਰ ਚੀਜ਼ਾਂ ਇਹ ਵੀ ਆ ਵੀ ਉਸਤਾਦ ਦੇ ਕੋਲੋਂ ਅੱਖ ਬਚਾ ਕੇ ਹੋਸਟਲ ਦੇ ਵਿੱਚੋਂ ਨਿਕਲ ਜਾਣਾ, ਉਹ ਤੋਂ ਨਿਕਲ ਕੇ ਟੈਂਜ਼ਿੰਗ ਨੋਰਗੇ ਸ਼ੇਰਪਾ ਸਾਹਿਬ ਜਿਹੜੇ ਭਾਰਤ ਦੇਸ਼ ਦੇ ਪਹਿਲੇ ਐਵਰੈਸਟਰ, ਉਹਨਾਂ ਦੀ ਕਬਰ ਤੇ ਜਾ ਕੇ ਬਹਿ ਜਾਣਾ। ਉੱਤੇ ਉੱਪਰ ਹੀ ਕਬਰ ਬਣੀ ਹੁੰਦੀ ਸੀ, ਤੇ ਅਸੀਂ ਉੱਥੇ ਜਾ ਕੇ ਬੈਠ ਜਾਣਾ, ਉਹਨਾਂ ਨੂੰ ਨਮਸਤਕ ਕਰਨਾ। ਮੈਨੂੰ ਉਹਦਾ ਇਹ ਚੀਜ਼ਾਂ ਡਰ ਵੀ ਲੱਗਦਾ, ਪਰ ਉਸ ਸਮੇਂ ਨਹੀਂ ਡਰ ਲੱਗਦਾ। ਤੇ ਜਦੋਂ ਫਿਰ ਉੱਪਰ 14,000 ਫੁੱਟ ਤੇ ਹੋਣਾ, ਤੇ ਉਦੋਂ ਆਪਣੇ ਕਹਿ ਦੋ ਆਪਣੀ ਹੱਟ ਦੇ ਵਿੱਚੋਂ ਨਿਕਲ ਕੇ ਬਾਹਰ ਪਹਾੜਾਂ ਦੇ ਵਿੱਚ ਉੱਥੇ ਬੈਠ ਜਾਣਾ, ਪਹਾੜਾਂ ਨੂੰ ਦੇਖਣਾ ਮੈਂ ਕਿੱਧਰੋਂ ਕਲਾਈਮ ਕਰ। ਜਾਣੀ ਕਿ ਉਸ ਟਾਈਮ ਸਾਡਾ ਸੌਣ ਦਾ ਸਮਾਂ ਹੁੰਦਾ, ਸਾਰਾ ਦਿਨ ਸਾਨੂੰ ਰੈਸਟ ਨਹੀਂ ਹੁੰਦੀ, ਨਾ ਖਾਣ ਦਾ ਸਮਾਂ ਹੁੰਦਾ, ਨਾ ਪਹਿਨਣ ਦਾ ਸਮਾਂ ਹੁੰਦਾ, ਕੋਈ ਸਮਾਂ ਨਹੀਂ ਹੁੰਦਾ। ਤੁਹਾਡੇ ਕੋਲ ਸਿਰਫ 2 ਵਰਦੀਆਂ ਹੁੰਦੀਆਂ, ਉਹੀ ਤੁਸੀਂ ਕਰਨਾ ਹੁੰਦਾ, ਕਿਉਂਕਿ ਤੁਹਾਡੇ ਕੋਲ ਉੱਦਾਂ ਹੀ ਬਥੇਰਾ ਇਕਵਿਪਮੈਂਟ ਹੁੰਦਾ ਨਾ, ਸਮਾਨ ਦਾ, ਤੁਸੀਂ ਹੋਰ ਵਾਧੂ ਚੀਜ਼ ਲਿਜਾ ਹੀ ਨਹੀਂ ਸਕਦੇ, ਉਹ ਚੱਕਣੀ ਕਿੱਦਾਂ ਆ ਨਾ। ਸੋ ਇਸ ਦੇ ਲਈ ਇਹ ਕਾਫੀ ਚੀਜ਼ਾਂ ਇੱਦਾਂ ਦੀਆਂ ਆ ਵੀ ਉਸਤਾਦ ਦੀ ਮਰਜ਼ੀ ਤੋਂ ਬਿਨਾਂ ਕਹਿ ਦੋ ਨਾ ਵੀ ਉਹ ਚੀਜ਼ਾਂ ਨੂੰ ਦੇਖਣਾ, ਜਾਂ ਸੈਰ ਕਰਨ ਗਏ ਪਹਾੜ ਤੇ ਚੜ ਜਾਣਾ ਵੀ ਬਾਅਦ ਸਾਨੂੰ ਗਾਲਾਂ ਵੀ ਪੈਂਦੀਆਂ ਹੁੰਦੀਆਂ ਸੀ। ਇਹ ਚੀਜ਼ ਇੱਕ ਲਮੇ ਬਹੁਤ ਖੂਬਸੂਰਤ ਆ, ਬਹੁਤ ਜ਼ਿਆਦਾ ਜੁੜੀਆਂ ਇਸ ਚੀਜ਼ ਨਾਲ।
ਕਈ ਬੰਦੇ ਤਾਂ ਥੋੜੀ ਜਿਹੀ ਉਚਾਈ ਤੋਂ ਡਰ ਜਾਂਦੇ ਨੇ, ਜੋ ਐਡੇ ਐਡੇ 12,000 ਫੁੱਟ ਦੀ ਚੜਾਈ ਕੀਤੀ, ਤੁਹਾਨੂੰ ਕਦੇ ਡਰ ਨਹੀਂ ਲੱਗਾ? ਨਹੀਂ, ਡਰ ਨਹੀਂ। ਜਦੋਂ 12,000 ਫੁੱਟ ਚੜ੍ਹਨਾ ਸੀ ਤੇ ਉਸਤਾਦ ਨੇ ਇੱਕ ਪਤਾ ਨਹੀਂ ਉਹ ਲਾਲਚ ਸੀ ਜਾਂ ਕਹਿ ਦੋ ਵੀ ਉਹ ਇੱਕ ਸੱਚੀ ਗੱਲ ਸੀ, ਕਿਉਂਕਿ ਉਹਨਾਂ ਨੂੰ ਪਤਾ ਹੋਊਗਾ ਨਾ, ਸਾਡੇ ਲਈ ਤਾਂ ਪਹਿਲੀ ਵਾਰ ਸੀ। ਕਹਿੰਦੇ ਵੀ ਇੱਥੋਂ ਐਵਰੈਸਟ ਦਿਸਣਾ ਤੁਹਾਨੂੰ, ਹਨਾ। ਤੇ ਉਹ ਮਤਲਬ ਹੁਣ ਸੁਪਨਾ ਐਵਰੈਸਟ ਦੇਖੋ, ਹੁਣ ਤੁਸੀਂ ਜਿਹਨੂੰ ਪਿਆਰ ਕਰਦੇ ਹੋ ਉਹ ਚੀਜ਼ ਤੁਹਾਨੂੰ ਦਿਸਣੀ ਹੋਵੇ, ਹਨਾ, ਭਾਵੇਂ ਕੋਈ ਮਾਈਆ ਹੀ ਕਿਉਂ ਨਾ ਹੋਵੇ ਨਾ ਕਿਸੇ ਦਾ, ਉਹ ਚੀਜ਼ ਜਦੋਂ ਸਾਹਮਣੇ ਹੋਵੇ ਤੇ ਜਾਨੀ ਇੱਕ ਤੁਰ ਨਹੀਂ ਹੁੰਦਾ ਸੀ ਉਦੋਂ ਲੌਂਗ ਜੰਪ ਲਾਉਂਦੇ ਨੇ ਮੇਰੀ ਲੱਤ ਦੇ ਵਿੱਚ ਨਾ ਪ੍ਰੋਬਲਮ ਆਈ ਸੀ, ਕਦੋਂ ਨਾ ਪੈਰ ਮੁੜ ਗਿਆ ਸੀ ਤੇ ਉਹਦਾ ਦਰਦ ਦੂਜੀ ਲੱਤ 'ਚ ਆ ਗਿਆ ਸੀ। ਮੈਂ ਇਹ ਗੱਲ ਲਕੋਈ ਵੀ ਸੀ, ਕਿਉਂਕਿ ਮੈਨੂੰ ਇਹ ਸੀ ਵੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਵਾਪਸ ਭੇਜ ਦੇਣਾ, ਤੇ ਮੈਂ ਉਹ ਚੀਜ਼ ਨੂੰ ਲਕੋਇਆ। ਪਰ ਫਿਰ ਵੀ ਮੈਂ 12,000 ਕੀਤਾ ਤੇ ਉਸ ਤੋਂ ਬਾਅਦ ਉਸਤਾਦ ਕਹਿੰਦੇ ਸੀ ਵੀ ਕੁਦਰਤ ਨੂੰ ਨਾ ਇਹ ਦੁਆ ਕਰਿਓ ਵੀ ਬੱਦਲ ਨਾ ਛਾ ਜਾਣ, ਵੀ ਜੇ ਬੱਦਲ ਛਾ ਗਏ ਤਾਂ ਵੀ ਉਹ ਕਵਰ ਹੋ ਜਾਣਾ, ਹਨਾ। ਉਹੀ ਗੱਲ ਹੋਈ, ਮਤਲਬ ਬਿਜਲੀ ਵੀ ਗੜਕਦੀ ਸੀ। ਹਾਲਾਂਕਿ ਜਦੋਂ ਮੌਸਮ ਖਰਾਬ ਹੋਏ ਤਾਂ ਕਦੀ ਵੀ ਪਰਬਤ ਰੋਹੀ ਜਿਹੜਾ ਹੈ ਉਹ ਪਹਾੜ ਤੇ ਨਹੀਂ ਚੜਦਾ, ਕੁਦਰਤ ਨਾਲ ਪੰਗਾ ਨਹੀਂ ਲੈਂਦੇ। ਪਰ ਚਲੋ ਉਹ ਉਸਤਾਦਾਂ ਦਾ ਵੀ ਇੱਕ ਨਿਰਣਾ ਸੀਗਾ ਤੇ ਅਸੀਂ ਲੋਕ ਜਦੋਂ ਚੜ੍ਹਾਈ ਕਰਦੇ ਗਏ ਹਨਾ। ਪਰ ਉਹ ਉਹੀ ਗੱਲ ਹੋਈ ਵੀ ਮੋਰੇ ਬੱਦਲ ਆ ਗਏ ਤੇ ਪਹਾੜ ਜਿਹੜਾ ਕਹਿੰਦੇ ਐਵਰੈਸਟ ਲੁਕ ਗਿਆ ਆ ਤੇ ਉਹ ਮੁੜ ਕੇ ਅੱਜ ਤੱਕ ਹੀ ਨਹੀਂ ਦਿਸਿਆ। ਆਪਾਂ ਇਹ ਘਰ ਦੀ ਗੱਲ, ਘਰ ਚ ਰਹੀਏ, ਘਰ ਚ ਮਾਹੌਲ ਉਸ ਤਰ੍ਹਾਂ ਦਾ ਹੁੰਦਾ, ਪਹਾੜ ਤੇ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਹੈ, ਤੁਸੀਂ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਫਿਰ? ਬਹੁਤ ਸਖਤੀ ਹੁੰਦੀ ਆ, ਬਹੁਤ ਹੀ ਸਖਤੀ ਹੁੰਦੀ ਆ। ਮਤਲਬ ਕਿ ਜੇ ਤੁਹਾਨੂੰ ਮੈਂ ਦੱਸਿਆ ਨਾ ਕਿ ਖਾਣ ਦਾ ਵੀ ਸਮਾਂ ਨਹੀਂ, ਇੱਕ ਪਰਬਤ ਰੋਹੀ ਨੂੰ ਇਹ ਹੁੰਦਾ ਵੀ ਮੈਂ ਹੁਣ ਪਹਾੜ ਘਰੇ ਆਇਆ ਆ ਤੇ ਵੀ ਮੈਂ ਆ ਕੇ ਬਸ ਵੀ ਮੈਂ ਸੋ ਜਾਵਾਂ, ਮੇਰੇ ਕੋਲ ਨਾ ਕੋਈ ਹੋਵੇ, ਹਨਾ। ਹੁਣ ਜਦੋਂ ਅਸੀਂ ਅਭਿਆਸ ਵੀ ਕਰਦੇ ਬੜੀ ਮੁਸ਼ਕਲ ਨਾਲ ਸਾਡਾ ਧਿਆਨ ਲੱਗਦਾ, ਕੋਈ ਧਿਆਨ ਉਹਨੂੰ ਭੰਗ ਕਰੇ ਤਾਂ ਬੜਾ ਗੁੱਸਾ ਆਉਂਦਾ, ਹਨਾ। ਸੋ ਇਹੀ ਚੀਜ਼ਾਂ ਹੁੰਦੀਆਂ ਵੀ ਮੈਨੇਜ ਕਰਨਾ ਕਹਿ ਦੋ। ਇੱਥੇ ਚਲੋ ਅਸੀਂ ਕਹਿ ਦੋ ਹਰ ਇੱਕ ਚੀਜ਼ ਆ ਸਾਡੇ ਕੋਲ, ਲੇਕਿਨ ਉੱਪਰ ਕੋਈ ਚੀਜ਼ ਨਹੀਂ ਹੁੰਦੀ। ਸਰਵਾਈਵ ਸੀਰੀਜ਼ ਨਹੀਂ, ਇੱਥੋਂ ਤੱਕ ਕਿ ਬਾਥਰੂਮ ਤੱਕ ਵੀ ਨਹੀਂ ਹੁੰਦੇ, ਹੈਨਾ। ਸਰਵਾਈਵ, ਬਿਲਕੁਲ ਹੀ ਸਰਵਾਈਵ ਕਹਿ ਦੋ ਵੀ ਇੱਕ ਨਰਕ 'ਚ ਉੱਠ ਕੇ ਤਾਂ ਇੱਕ ਸਵਰਗ ਨੂੰ ਦੇਖਣਾ। ਇਹ ਜਿਹੜੇ ਪਹਾੜ ਆ ਨਾ ਹਰੇ ਰੰਗ ਦੇ, ਨੀਲੇ ਰੰਗ ਦੇ, ਇਹ ਸਿਰਫ ਦੂਰੋਂ ਹੀ ਸੋਹਣੇ ਲੱਗਦੇ ਆ। ਇਹ ਜਦੋਂ ਤੁਸੀਂ ਇਹਦੇ ਵਿੱਚ ਜਾ ਕੇ ਕਰਦੇ ਨਾ ਆਪਣਾ, ਤੁਹਾਨੂੰ ਇਹ ਹਿਲਾ ਦਿੰਦੇ ਆ। ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਇਹਨਾਂ ਦੀ ਖੂਬਸੂਰਤੀ ਦੇਖਣ ਨੂੰ। ਇਹਦੀ ਖੂਬਸੂਰਤੀ ਉਹੀ ਬੰਦਾ ਦੇਖ ਸਕਦਾ ਜਿਹੜਾ ਉੱਦਾਂ ਹੀ ਪਿਕਨਿਕ ਮਨਾਉਣ ਗਿਆ ਹੋਵੇ। ਪਰ ਜੇ ਤੁਹਾਡੇ ਪਿੱਛੇ ਭਾਰੇ ਟੰਗਿਆ ਹੈ ਤਾਂ ਤੁਸੀਂ ਉਹਦੀ ਖੂਬਸੂਰਤੀ ਨੂੰ, ਤੁਹਾਨੂੰ ਇਹ ਹੁੰਦਾ ਵੀ ਮੈਂ ਕਿਹੜੀ ਘੜੀ ਉੱਤੇ ਪਹੁੰਚਾਂ ਤੇ ਕਿਹੜੀ ਘੜੀ ਆਪਣੀ ਜਿਹੜੀ ਡਾਈਟ ਖਾਣੀ ਬਹੁਤ ਮੁਸ਼ਕਿਲ ਹੁੰਦੀ ਆ। ਅਭਿਆਸ ਮੁਸ਼ਕਿਲ ਹੈ, ਡਾਈਟ ਖਾਣੀ ਉਸ ਤੋਂ ਵੀ ਜ਼ਿਆਦਾ ਮੁਸ਼ਕਿਲ ਹੈ। ਰੋਜ਼ ਇੱਕ ਚੀਜ਼ ਖਾਣੀ ਬਹੁਤ ਔਖਾ, ਹਰ ਇੱਕ ਚੀਜ਼ ਕਹਿ ਦੋ। ਜਿੱਦਾਂ ਫਿਰ ਜੇ ਮਾਊਂਟੇਨੀਅਰਸ ਨੂੰ ਸਮਾਂ ਮਿਲਦਾ ਆ, ਵੈਸੇ ਸਮਾਂ ਨਹੀਂ ਹੁੰਦਾ, ਸਵੇਰ ਨੂੰ 5-6 ਵਜੇ ਤੋਂ ਲੈ ਕੇ ਰਾਤ ਨੂੰ 7 ਵਜੇ 7-7:30 ਵਜੇ ਉਸਤਾਦ ਛੱਡੇਗਾ ਤੁਹਾਨੂੰ। ਲਾਈਕ ਕਿ ਜਿੱਦਾਂ 20 ਮਿੰਟ ਮਿਲਨੇ, 20 ਮਿੰਟ 'ਚ ਚਾਹੇ ਤੁਸੀਂ ਰੋਟੀ ਖਾ ਲਓ, 20 ਮਿੰਟ 'ਚ ਚਾਹੇ ਤੁਸੀਂ ਘਰਦਿਆਂ ਨੂੰ ਫੋਨ ਕਰ ਲਓ, ਚਾਹੇ ਆਪਣਾ ਰੈਸਟ ਕਰ ਲਓ। ਉਹਨਾਂ ਨੇ ਇਹ ਕਹਿਣਾ ਵੀ 20 ਮਿੰਟ ਆ, 20 ਮਿੰਟ 'ਚ ਆਪਣਾ ਲੰਚ ਕੰਪਲੀਟ ਕਰਕੇ ਆਪਣੇ ਰੱਸੇ ਚੱਕ ਕੇ ਤੇ ਆ ਜਾਓ, ਹੈਲਮਟ ਚੱਕ ਕੇ ਆ ਜਾਓ। ਤੇ ਉਹ ਜਿਹੜਾ ਸਵੇਰ ਦਾ ਸਮਾਂ ਹੁੰਦਾ ਸੀ ਨਾ, ਮਤਲਬ ਜਦੋਂ ਅਲਾਰਮ ਵੱਜਣਾ ਵੀ ਯਾਰ ਹੁਣ ਅਲਾਰਮ ਵੱਜ ਗਿਆ ਆ ਤੇ ਵੀ ਹੁਣ ਸਾਡੀਆਂ ਲੱਤਾਂ ਟੁੱਟਣੀਆਂ ਨਾ, ਪਹਾੜਾਂ ਤੇ ਦੜਾਉਣਾ ਸਾਨੂੰ, ਉਹ ਸਮਾਂ ਬਹੁਤ ਹੀ ਇੱਕ ਸਾਡੇ ਲਈ ਬਹੁਤ ਹੁੰਦਾ ਸੀ ਪ੍ਰੋਬਲਮ ਜਿਹੀ ਕਿ ਵੀ ਹੁਣ ਦੌੜਨਾ ਆ, ਪਿੱਛੇ ਰਹਿ ਜਾਣਾ ਇੱਦਾਂ ਦਾ। ਕਿਉਂਕਿ ਉਦੋਂ ਮੇਰੀ ਇੰਨੀ ਜ਼ਿਆਦਾ ਖਾਸ ਪ੍ਰੈਕਟਿਸ ਵੀ ਨਹੀਂ ਹੁੰਦੀ ਨਾ, ਦੱਸਿਆ ਨਾ ਕਿ ਗੁਰੂ ਨਹੀਂ ਹੁੰਦਾ, ਤੇ ਫਿਰ ਇਸ ਲਈ ਪ੍ਰੋਬਲਮਾਂ ਬਹੁਤ ਆਉਂਦੀਆਂ ਆ। ਪਰਬਤ ਰੋਹੀਆਂ ਲਈ ਗੱਲ ਬੜੀ ਮਸ਼ਹੂਰ ਹੈ ਕਿ ਉਹ ਜੋ ਵੀ ਸਮਾਨ ਲੈ ਕੇ ਨਾਲ ਹੀ ਵਾਪਸ ਲੈ ਕੇ ਆਉਣਾ ਪੈਣਾ, ਚਾਹੇ ਕਾਗਜ਼ ਟੁਕੜਾ ਵੀ ਹੋਵੇ। ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਇਹ ਬਿਲਕੁਲ ਸੱਚਾਈ ਆ। ਜਰਾ ਜਿੰਨਾ ਵੀ ਤੁਸੀਂ ਉੱਥੇ ਆਪਣਾ ਕੋਈ ਮਤਲਬ ਕਹਿ ਦੋ ਨਾ, ਪਹਾੜ ਨੂੰ ਸਾਫ਼ ਸੁਥਰਾ ਵੀ ਰੱਖਣਾ ਆ, ਜਿੰਨਾ ਚਿਰ ਉੱਥੇ ਰਹੇ ਆ ਉਹਦੀ ਸਾਫ਼ ਸਫਾਈ ਵੀ ਤੁਹਾਡੀ ਇੱਕ ਜ਼ਿੰਮੇਵਾਰੀ ਹੈ। ਕਿਉਂਕਿ ਜਦੋਂ ਇੱਕ ਪਰਬਤ ਰੋਹੀ ਪਹਾੜ ਤੇ ਚੜ੍ਹਦਾ ਨਾ, ਉਹ ਪਹਿਲਾਂ ਸਿਧਾਰਥ ਗੌਤਮ ਬੁੱਧਾ ਦੀ ਉਹਨਾਂ ਨੂੰ ਇੱਕ ਨਮਸਤਕ ਕਰਦਾ ਹੈ। ਤੁਸੀਂ ਦੇਖੋ ਹਿਮਾਲਿਆ ਪਰਬਤ ਤੇ ਵੀ ਜਦੋਂ ਚੜ੍ਹਦੇ ਆ ਤਾਂ ਤਥਾਗਤ ਗੌਤਮ ਬੁੱਧ ਦੀ ਆਰਾਧਨਾ ਕੀਤੀ ਜਾਂਦੀ ਹੈ। ਪਹਾੜ ਤੇ ਕੋਈ ਵੀ ਇਦਾਂ ਦੀ ਲਾਪਰਵਾਹੀ ਨਹੀਂ ਚੱਲਦੀ ਜੋ ਇੱਕ ਆਮ ਖੇਡਾਂ ਚੋਂ ਇੱਕ ਮਾਫੀ ਮਿਲ ਜਾਂਦੀ ਆ ਨਾ, ਪਰ ਉਹਦੇ ਵਿੱਚ ਨਹੀਂ, ਉਹਦੇ ਵਿੱਚ ਤਾਂ ਬਿਲਕੁਲ ਸੀਰੀਅਸ ਹੋਣਾ ਪੈਂਦਾ। ਮੈਂ ਬਹੁਤ ਇਦਾਂ ਕਹਿ ਦੂੰ ਨਟਖਟ ਸੁਭਾਅ ਦੀ ਸੀ, ਬਹੁਤ ਸ਼ਰਾਰਤੀ ਸੀ, ਕਿਸੇ ਨਾਲ ਵੀ ਹਾਸਾ ਮਜ਼ਾਕ ਕਰਨਾ ਜਾਂ ਕੋਈ। ਪਰ ਜਦੋਂ ਮਾਊਂਟੇਨ ਤੇ ਗਈ, ਕਿਉਂਕਿ ਫਿਰ ਪਿੱਛੇ ਉਸ ਹਿਸਾਬ ਦੇ ਟੀਚਰ ਵੀ ਹੁੰਦੇ ਆ ਨਾ, ਕਿਉਂਕਿ ਡਰ ਮਨੋਂ ਡਰ ਕੱਢ ਦਿੰਦੇ ਆ। ਪਿੱਠ ਦੇ ਬਲ ਪਿੱਛੇ ਨੂੰ ਡਿੱਗਣਾ ਹੋਵੇ ਜਾਂ ਮੂੰਹ ਦੇ ਬਲ ਅੱਗੇ ਨੂੰ ਪਹਾੜ ਤੋਂ ਆਉਣਾ ਹੋਵੇ, ਇਹ ਸਾਰੀਆਂ ਚੀਜ਼ਾਂ ਮਤਲਬ ਡਰ ਕੱਢ ਦਿੰਦੇ ਆ। ਤੇ ਬਾਕੀ ਉਸਤਾਦ ਹੀ ਕਹਿੰਦੇ ਵੀ ਪਿੱਛੇ ਜੇ ਜੁੱਤੀ ਕਾਇਮ ਹੋਵੇ ਨਾ ਤਾਂ ਫਿਰ ਇੱਕ ਖਿਡਾਰੀ ਫਿਰ
ਚੰਡਿਆ ਹੋਇਆ ਖਿਡਾਰੀ ਬਣ ਜਾਂਦਾ ਆ। ਫਿਰ ਇਹ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਨੂੰ ਗਾਲਾਂ ਪੈਂਦੀਆਂ ਹੁੰਦੀਆਂ ਸੀ ਨਾ, ਮੈਂ ਸਮਝਦੀ ਵੀ ਉਹ ਮੇਰੇ ਉਸਤਾਦਾਂ ਦੀਆਂ ਗਾਲਾਂ ਹੀ ਆ, ਜਿਹੜਾ ਵੀ ਮੈਂ ਅੱਜ ਤੁਹਾਡੇ ਮੂਹਰੇ ਬਹਿ ਕੇ ਇੱਕ ਇੰਟਰਵਿਊ ਕਰਦੀ ਆ, ਉਹ ਨਾ ਉਹਨਾਂ ਦੀਆਂ ਗਾਲਾਂ ਹੁੰਦੀਆਂ ਤਾਂ ਸ਼ਾਇਦ ਅਸੀਂ ਇੱਥੇ ਤੱਕ ਨਾ ਪਹੁੰਚਦੇ। ਮਾਊਂਟੇਨ ਟਰੈਕਿੰਗ ਕਰਨ ਤੋਂ ਪਹਿਲਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ? ਮਾਊਂਟੇਨ ਟਰੈਕਿੰਗ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਆ ਵੀ ਤੁਸੀਂ ਸਰੀਰਕ ਪੱਖੋਂ ਤੇ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ, ਕਿਉਂਕਿ ਡਿਸੀਜਨ ਤੁਹਾਨੂੰ ਹੀ ਲੈਣਾ ਪੈਣਾ ਆ। ਬੇਸ਼ੱਕ ਤੁਹਾਡਾ ਬਹੁਤ ਜਣੇ ਗਏ ਆ, ਪਰ ਇਹ ਕੁਦਰਤ ਦਾ ਪਤਾ ਨਹੀਂ ਹੈਗਾ। ਡਿਸੀਜਨ ਤੁਹਾਨੂੰ ਹੀ ਲੈਣਾ ਪੈਣਾ। ਮਾਊਂਟੇਨ ਫੀਲਡ ਇਦਾਂ ਵੀ ਜੇ ਤੁਸੀਂ ਕਹਿ ਦੋ ਪਿੱਛੇ ਹਟਣ ਦਾ ਵੀ ਡਿਸੀਜਨ ਲੈਣੇ ਆ ਨਾ, ਤੇ ਤੁਹਾਡਾ ਉਹ ਵੀ ਐਪਰੀਸ਼ੀਏਟ ਆ। ਉਹਨੂੰ ਕਾਇਰ ਨਹੀਂ ਸਮਝਦਾ, ਉਹਨੂੰ ਇਹ ਸਮਝਦੇ ਵੀ ਇਹਦੀ ਬਹਾਦਰੀ ਆ, ਵੀ ਇਹਨੇ ਕੁਦਰਤ ਨਾਲ ਪੰਗਾ ਨਹੀਂ ਲਿਆ ਤੇ ਇਹ ਪਿੱਛੇ ਨੂੰ ਆਇਆ ਆ, ਠੀਕ ਆ ਨਾ। ਤੇ ਮਤਲਬ ਹੋਰ ਵੀ ਕਈ ਚੀਜ਼ਾਂ, ਵੇਟ ਨਹੀਂ ਜ਼ਿਆਦਾ, ਆਪਣਾ ਸਰੀਰਕ ਪੱਖੋਂ ਨਹੀਂ ਹੋਣਾ ਚਾਹੀਦਾ ਜ਼ਿਆਦਾ। ਸਾਹ ਦੀ ਪ੍ਰਕਿਰਿਆ ਜਿਹੜੀ, ਸਾਹ ਪੱਕਿਆ ਹੋਣਾ ਚਾਹੀਦਾ, ਤੁਹਾਨੂੰ ਇੱਕ ਸਾਹ ਲੈਣ ਦਾ ਤਰੀਕਾ ਹੋਣਾ ਚਾਹੀਦਾ ਆ, ਹੈਨਾ। ਹੋਰ ਮੈਂ ਜਿੱਦਾਂ ਦੱਸਿਆ ਵੀ ਤੁਹਾਡੇ ਕੋਲ ਸਿਰਫ ਤੁਹਾਡਾ ਲਿਮਟ ਸਮਾਨ ਹੀ ਹੋਣਾ ਚਾਹੀਦਾ ਆ, ਜਿੰਨਾ ਕਿ ਤੁਸੀਂ ਕੈਰੀ ਕਰ ਸਕਦੇ। ਡਾਈਟ ਦਾ ਪੂਰਾ ਧਿਆਨ ਰੱਖਣਾ ਪੈਂਦਾ ਵੀ, ਕਿਉਂਕਿ ਜਿੰਨਾ ਤੁਸੀਂ ਖਾਓਗੇ ਤਾਂ ਹੀ ਤਾਂ ਤੁਸੀਂ ਬਾਹੋਗੇ ਨਾ ਆਪਣੇ ਆਪ ਨੂੰ। ਸੋ ਇਸ ਲਈ ਪੂਰਾ ਆਪਣੇ ਆਪ ਨੂੰ ਖਰਚ ਕਰਨਾ ਪੈਂਦਾ ਸਰੀਰ ਨੂੰ, ਤੇ ਤਾਂ ਹੀ ਫਿਰ ਲੋਕੀ ਵੀ ਸਰਚ ਕਰਦੇ ਆ ਨੈਟ ਤੇ ਵੀ, ਹੈ ਨਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਹੀ ਜ਼ਰੂਰੀ ਆ, ਬਹੁਤ ਹੀ ਜ਼ਰੂਰੀ। ਬੰਦੇ ਦਾ ਸਰੀਰ ਪੱਖੋਂ ਮਜ਼ਬੂਤ ਹੋਣਾ ਜ਼ਰੂਰੀ ਆ। ਪਰ ਮੈਂ ਕਈ ਮਾਊਂਟੇਨੀਅਰਸ ਇਦਾਂ ਦੇ ਵੀ ਦੇਖੇ ਆ, ਇਹ ਮੈਨੂੰ ਲੱਗਦਾ ਵੀ ਹੁਣ ਸਿਰਫ ਇਹ ਗੱਲਾਂ ਹੀ ਆ ਵੀ ਸਰੀਰਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ। ਲੋਕੀ ਕਿਤੋਂ ਕਿਸੇ ਦੀ ਮੰਨਦੇ ਆ। ਅਰੁਣਿਮਾ ਸਿਨਹਾ ਕੁੜੀ ਦੇਖੀ ਤੁਸੀਂ ਨਾ, ਇੰਡੀਆ ਦੀ ਫਸਟ ਹੈਂਡੀਕੈਪ ਵਿਮਨ, ਜਿਹਦੀਆਂ ਦੋਨੇ ਲੱਤਾਂ ਹੀ ਨਹੀਂ ਹੈਗੀਆਂ, ਲੇਕਿਨ ਫਿਰ ਵੀ ਉਹਨੇ ਹਿਮਾਲਿਆ ਪਰਬਤ ਨੂੰ ਕਲਾਈਮ ਕੀਤਾ। ਦੇਖੋ ਉਹਨੂੰ ਫਿਰ ਲੰਡਨ ਦੀ ਰਾਣੀ ਨੇ ਵੀ ਸਨਮਾਨਿਤ ਕੀਤਾ ਆਪਣੇ ਮਹਿਲ ਦੇ ਵਿੱਚ ਸੱਦ ਕੇ, ਇੱਕ ਬਹੁਤ ਵੱਡੀ ਗੱਲ ਆ। ਉਸ ਤੋਂ ਬਾਅਦ ਮੇਰੀ ਇਨਸਪੀਰੇਸ਼ਨ ਜੋ ਹੈ ਕਿ ਜੁਨਕੋ ਤੈਬੀ ਨੇਪਾਲ ਦੀ ਮਾਊਂਟੇਨੀਅਰ ਸੀ, ਜਿੱਤੇ ਪੱਤਰਕਾਰ ਵੀ ਹੱਸਿਆ ਕਰਦੇ ਸੀ ਵੀ ਮਤਲਬ ਵੀ ਤੇਰੇ ਤਾਂ ਉਹਦੀ ਸਰੀਰਕ ਹਾਲਤ ਨਹੀਂ ਸਹੀ ਹੁੰਦੀ ਸੀਗੀ, ਤੇ ਉਹਦੇ ਸ਼ਾਇਦ ਫੇਫੜਿਆਂ ਦੀ ਵੀ ਪ੍ਰੋਬਲਮ ਸੀ, ਪਰ ਉਹ ਔਰਤ ਨੇ ਸ਼ਾਇਦ 76 ਕਿ 72 ਦੇਸ਼ਾਂ ਦੇ ਪਹਾੜ ਜਿਹੜੇ ਉਹ ਸਬਮਿਟ ਕੀਤੇ ਸੀ। ਤੇ ਉਹ ਲੋਕੀ ਦੇਖੋ ਨਾ, ਮਤਲਬ ਮੈਂ ਆਰਨੋਲਡ ਸਚਵਸਨੇਗਰ, ਜਿਹਨੂੰ ਕਿ ਜਿਮ ਦਾ ਗੋਡ ਕਿਹਾ ਜਾਂਦਾ, ਮੈਂ ਉਹਦੀ ਇੰਟਰਵਿਊ ਇੱਕ ਦਿਨ ਦੇਦੀ ਸੀ, ਤੇ ਉਹ ਕਹਿ ਰਿਹਾ ਸੀ ਵੀ ਇਟਸ ਓਕੇ ਇਫ ਯੂ ਫੇਲ, ਵੀ ਜੇ ਤੁਸੀਂ ਅਸਫਲ ਹੁੰਦੇ ਕੋਈ ਗੱਲ ਨਹੀਂ, ਮੈਂ ਵੀ ਅਸਫਲ ਹੋਇਆ। ਮੈਂ ਵੇਟ ਲਿਫਟਿੰਗ ਕੰਪੀਟੀਸ਼ਨਾਂ 'ਚੋਂ, ਮੈਂ ਬੋਡੀ ਬਿਲਡਿੰਗ ਦੇ ਕੰਪੀਟੀਸ਼ਨਾਂ 'ਚੋਂ ਮੈਂ ਫੇਲ ਹੋਇਆ, ਪਰ ਇਟਸ ਨੋਟ ਓਕੇ ਵੈਨ ਯੂ ਫੈਲ ਡਾਊਨ ਐਂਡ ਨੈਵਰ ਗੈਟ ਅਪ ਅਗੇਨ, ਹੈ ਨਾ। ਵੀ ਤੁਸੀਂ ਡਿੱਗਦੇ ਦੁਬਾਰਾ ਨਹੀਂ ਉੱਠਦੇ। ਵੀ ਵਿਨਰ ਉਹ ਹੁੰਦਾ ਆ ਜਿਹੜਾ ਬਾਰ-ਬਾਰ ਡਿਗੇ ਤੇ ਬਾਰ-ਬਾਰ ਖੜਾ ਹੋਵੇ। ਹੁਣ ਮੈਂ ਤੁਹਾਨੂੰ ਦੱਸਾਂ, ਅਸੀਂ ਵੀ, ਮੈਂ ਜਦੋਂ ਪਹਾੜਾਂ ਤੇ ਮੇਰੀ ਸ਼ੁਰੂਆਤ ਸੀ, ਮੈਂ ਵੀ ਬਹੁਤ ਡਿੱਗਦੀ ਹੁੰਦੀ ਸੀ। ਮੇਰੀ ਕਦੀ ਕੋਈ ਚੀਜ਼, ਕਦੀ ਕੋਈ ਚੀਜ਼, ਕਦੀ ਕੋਈ ਸਰੀਰ ਦਾ ਅੰਗ, ਲਾਸ਼ਾਂ ਹੀ ਪਈਆਂ ਹੁੰਦੀਆਂ ਸੀ ਲੱਤਾਂ ਤੇ, ਹੁੰਦਾ ਹੀ ਨਹੀਂ ਸੀ। ਥੱਲੇ ਉਸਤਾਦ ਨਾ ਰੱਸਾ ਲੈ ਕੇ ਖੜਾ ਹੁੰਦਾ ਸੀ ਵੀ ਆ ਥੱਲੇ ਤੇਰੀਆਂ ਲੱਤਾਂ ਭੰਨਣੀਆਂ, ਵੀ ਤੂੰ ਮਤਲਬ ਵੀ ਤੂੰ ਸੁਣਦੀ ਨਹੀਂ, ਜਾਂ ਵੀ ਤੂੰ ਆਰਾਮ ਨਾਲ ਆਉਂਦੀ ਆ, ਜਦ ਕਿ ਵੀ ਇਹ 'ਚ ਸਰੀਰ ਨੂੰ ਆਰਾਮ ਨਹੀਂ ਦੇਣਾ ਹੈਗਾ ਨਾ, ਵੀ ਪੂਰਾ ਧਿਆਨ ਲਾ। ਤੇ ਉਹ ਫਿਰ ਮੇਰੇ ਪੈਂਦੀਆਂ ਹੀ ਹੁੰਦੀਆਂ ਸੀ। ਤੁਸੀਂ ਇੰਨੀਆਂ ਪਹਾੜੀਆਂ ਫਤਿਹ ਕਰ ਰਹੇ ਹੋ, ਅਗਲਾ ਟੀਚਾ ਕੀ ਹੈ? ਅਗਲਾ ਟੀਚਾ ਇਹ ਆ ਵੀ ਹਿਮਾਲਿਆ ਪਰਬਤ ਕਰਨਾ ਆ। ਬਸ ਇਹ ਚਾਹੇ ਹੁਣ ਗਵਰਨਮੈਂਟ ਸਾਥ ਦੇ ਦੇਵੇ, ਤੇ ਜੇ ਗਵਰਨਮੈਂਟ ਨਹੀਂ ਵੀ ਸਾਥ ਦਿੰਦੀ ਤਾਂ ਨੋ ਪ੍ਰੋਬਲਮ, ਇੱਥੇ ਦੁਨੀਆ ਦਾ ਅੰਤ ਨਹੀਂ ਹੋ ਜਾਂਦਾ। ਆਪਣੇ ਦਮ ਤੇ ਕਰੂੰਗੀ, ਚਾਹੇ ਸਮਾਂ ਲੱਗ ਜਾਵੇ, ਲੇਕਿਨ ਹਿਮਾਲਿਆ ਪਰਬਤ ਕਰਾਂਗੀ। ਆਪਣੀ ਕਮਿਊਨਿਟੀ ਦਾ, ਆਪਣੇ ਸਮਾਜ ਦਾ ਨਾਮ ਹੋਊਗਾ ਰੋਸ਼ਨ। ਇਸ ਤੋਂ ਇਲਾਵਾ ਆਪਣੇ ਪੂਰੇ ਦੇਸ਼ ਦਾ, ਭਾਰਤ ਦੇਸ਼ ਦਾ ਜਿਹੜਾ ਉਹ ਮੈਂ ਤਿਰੰਗਾ ਝੰਡਾ ਆ ਉਹ ਉੱਥੇ ਲੈ ਕੇ ਹੀ ਜਾਊਂਗੀ। ਕਿਉਂਕਿ ਕਹਿ ਦੋ, ਮੈਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਰਾਤ ਨੂੰ ਕਿੰਨੇ ਵਜੇ ਸੌਂਦੇ ਆ, ਕਿੰਨੇ ਵਜੇ ਉੱਠਦੇ ਆ, ਉਹਨੂੰ ਮੈਂ ਇਹੀ ਗੱਲ ਕਹੀ ਵੀ ਇਹਨਾਂ ਨਾ ਅੱਖਾਂ ਨੇ ਬਹੁਤ ਵੱਡੇ ਖਾਬ ਦੇਖ ਲਏ ਆ। ਹੁਣ ਰਾਤਾਂ ਨੂੰ 2-2, 3-3 ਵਜੇ ਤੱਕ ਨੀਂਦ ਨਹੀਂ ਆਉਂਦੀ। ਹੁਣ ਦਿਮਾਗ 'ਚ ਇਹੀ ਰਹਿੰਦਾ ਵੀ ਕਿਹੜੀ ਘੜੀ ਮੌਕਾ ਮਿਲੇ ਤੇ ਕਲਾਈਮ ਕਰਕੇ ਆ ਜਾਈਏ। ਹੁਣ ਨੁਸਰਤ ਫਤਿਹ ਅਲੀ ਖਾਨ ਸਾਹਿਬ ਸੌਂਦੇ ਸੀ? ਨਹੀਂ ਸੌਂਦੇ। ਉਹਦਾ ਸੁੱਤੇ ਵੀ ਰਿਆਜ਼ ਉਹਨਾਂ ਦੇ ਹੱਥ ਪੈਰਾਂ 'ਚ ਚੱਲਦੇ ਹੁੰਦੇ ਸੀ। ਜੇ ਇਸ ਬੰਦੇ ਨੇ ਜਿੱਦ ਫੜ ਲਈ ਨਾ, ਇੱਕ ਕਹਿ ਦੋ ਉਹਦੇ ਜ਼ਮੀਰ ਨੇ ਤੁਹਾਨੂੰ ਕਹਿਤਾ ਨਾ, ਉਹ ਤੋਂ ਬਾਅਦ ਤੁਸੀਂ ਕਦੀ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਦੇ। ਇਹ ਫੀਲਡ ਵੀ ਇਦਾਂ ਦੀ, ਹਰ ਇੱਕ ਚੀਜ਼ ਇਦਾਂ, ਚਾਹੇ ਕੋਈ ਵੀ ਗੇਮ ਲਾ ਲਓ। ਮੈਰੀ ਕੋਮ ਦੇਖ ਲਓ, ਮੈਰੀ ਕੋਮ ਦਾ ਸੰਘਰਸ਼ ਦੇਖੋ, ਉਹਦਾ ਬਾਪ ਕਿੱਦਾਂ ਉਹਦੇ ਗਲਵਜ਼ ਵੀ ਸਾੜ ਦਿੰਦਾ ਸੀ ਜਾਂ ਕੁਛ ਵੀ, ਹੈ ਨਾ, ਪਰ ਫਿਰ ਵੀ ਉਹ ਦੇਖੋ। ਮਿਲਖਾ ਸਿੰਘ ਦੇਖੋ, ਬਹੁਤ ਸਾਰੀਆਂ ਉਦਾਹਰਨਾਂ ਮੈਂ ਇਹ ਚੀਜ਼ ਦੀਆਂ ਭਰੀਆਂ ਵੀ, ਮੈਂ ਤੁਹਾਨੂੰ ਦੱਸੀ ਜਾਵਾਂ ਕੁਛ ਵੀ ਆ ਵੀ ਇੱਦਾਂ ਨਹੀਂ ਇੱਦਾਂ, ਜਿੰਨੀਆਂ ਵੀ ਉਦਾਹਰਨਾਂ ਦੇਵਾਂ, ਪਰ ਜਿਸ ਦਿਨ ਤੁਹਾਡਾ ਆਪਣਾ ਜ਼ਮੀਰ ਜਾਗ ਗਿਆ ਨਾ, ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਇੱਥੋਂ ਤੱਕ ਕਿ ਤੁਸੀਂ ਆਪਣੇ ਆਪ ਨੂੰ ਆਪ ਵੀ ਨਹੀਂ ਰੋਕ ਸਕਦੇ।
ਸਮਾਜ ਵਿੱਚ ਔਰਤ ਨੂੰ ਬਹੁਤ ਕਮਜ਼ੋਰ ਸਮਝਿਆ ਜਾਂਦਾ ਆ। ਤੁਸੀਂ ਚੋਟੀਆਂ ਫਤਿਹ ਕਰਕੇ ਇੱਕ ਮਿਸਾਲ ਕੰਮ ਕਰ ਦਿੱਤੀ ਆ। ਤੁਸੀਂ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਔਰਤ ਖੁਦ ਮਤਲਬ ਕਹਿ ਦੋ ਵੀ ਔਰਤ ਖੁਦ ਗੁਲਾਮੀ ਦਾ ਸ਼ਿਕਾਰ ਖੁਦ ਹੋ ਰਹੀ ਆ, ਹੈਨਾ। ਜਦ ਪੜਨ ਦਾ ਵੀ ਮੌਕਾ ਮਿਲਦਾ, ਔਰਤ ਇਸ ਲਈ ਨਹੀਂ ਪੜਦੀ, ਨੌਕਰੀਆਂ ਨਹੀਂ ਮਿਲਦੀਆਂ। ਮੇਰੇ ਨਾਲ ਕਈ ਕੁੜੀਆਂ ਹੁੰਦੀਆਂ ਸੀ, ਉਹ ਕਹਿੰਦੇ ਅਸੀਂ ਇਸ ਲਈ ਨਹੀਂ ਪੜਦੇ, ਨੌਕਰੀਆਂ ਨਹੀਂ ਮਿਲਦੀਆਂ। ਇੱਕ ਸਿਰਫ ਸਾਹਿਬ ਕਾਂਸ਼ੀ ਰਾਮ ਕਹਿੰਦੇ ਸੀ ਵੀ ਜੇ ਔਰਤ ਸਿਰਫ ਨੌਕਰੀ ਲੈਣ ਦੇ ਲਈ ਪੜੇ ਤਾਂ ਉਹ ਵੀ ਨੌਕਰੀ ਪੈਦਾ ਹੋਣਗੇ, ਕੋਈ ਹੁਕਮਰਾਨ ਤਾਂ ਨਹੀਂ ਪੈਦਾ ਹੋਏਗਾ ਨਾ, ਸ਼ਾਸਨਕਾਰ ਤਾਂ ਨਹੀਂ ਪੈਦਾ ਹੋਏਗਾ ਨਾ। ਇਸ ਤੋਂ ਇਲਾਵਾ ਤੁਸੀਂ ਤਿਉਹਾਰ ਦੇਖ ਲਓ, ਰੱਖੜੀਆਂ ਦੇ ਤਿਉਹਾਰ ਦੇਖ ਲਓ, ਹੈ ਵੀ ਦੇਖੋ ਹੁਣ ਮਾਂ ਦਾ ਪੁੱਤ ਨਾਲ ਪਿਆਰ ਹੁੰਦਾ ਆ, ਬਾਪ ਦਾ ਵੀ ਪੁੱਤ ਨਾਲ ਪਿਆਰ ਹੁੰਦਾ। ਕੀ ਗੱਲ ਪੁੱਤ ਆਪਣੇ ਮਾਵੇ ਤੋਂ ਹਿੱਸਾ ਨਹੀਂ ਲੈਂਦਾ? ਜਦੋਂ ਔਰਤ ਦੀ ਗੱਲ ਹੁੰਦੀ ਆ, ਔਰਤ ਨੂੰ ਆਹੀ ਬਸ ਬੰਧਨਾਂ 'ਚ ਬੰਨਿਆ ਆ ਵੀ ਮਤਲਬ ਵੀ ਜੇ ਤੂੰ ਆਪਣੇ ਭਰਾਵਾਂ ਦੇ ਲਈ ਇਹ ਚੀਜ਼ ਨੂੰ ਛੱਡ ਦੇ, ਆਪਣੇ ਪਿਓ ਦੇ ਲਈ ਇਹ ਚੀਜ਼ ਨੂੰ ਛੱਡ ਦੇ। ਜਾਣੀ ਕਿ ਇਹੀ ਚੀਜ਼ਾਂ ਜਿਹੜੀਆਂ ਆ। ਔਰ ਰੱਖੜੀ ਦਾ ਤਿਉਹਾਰ ਕੀ ਆ ਵੀ ਮੈਂ ਆਪਣੀ ਰੱਖਿਆ ਨਹੀਂ ਕਰ ਸਕਦੀ, ਮੇਰਾ ਭਰਾ ਕਰੂਗਾ ਮੇਰੀ ਰੱਖਿਆ ਜਾਂ ਮੇਰਾ ਬਾਪ ਕਰੂਗਾ ਮੇਰੀ ਰੱਖਿਆ ਨਾ, ਵੀ ਤੁਸੀਂ ਆਪ ਕਿਉਂ ਨਹੀਂ ਕਰ ਸਕਦੇ? ਮੈਂ ਕਿਸੇ ਦੇ ਰੱਖੜੀ ਨਹੀਂ ਬੰਨ੍ਹਦੀ ਆਪਣੇ ਭਰਾ ਚੋਂ, ਕਿਉਂ? ਕਿਉਂਕਿ ਮੈਨੂੰ ਵਿਸ਼ਵਾਸ ਮੈਂ ਖੁਦ ਹੀ ਆਪਣੀ ਰੱਖਿਆ ਆਪ ਕਰ ਸਕਦੀ ਹਾਂ, ਮੇਰੀ ਰੱਖਿਆ ਲਈ ਕੋਈ ਨਹੀਂ ਆਏਗਾ। ਇੰਨੇ ਬਲਾਤਕਾਰ ਹੁੰਦੇ ਆ। ਰੱਖੜੀਆਂ ਬੰਨਣ ਦੇ ਬਾਵਜੂਦ ਵੀ ਔਰਤ ਨੂੰ ਜਿੰਦਾ ਜਲਾਇਆ ਜਾਂਦਾ ਦਹੇਜਾਂ ਦੇ ਨਾਮ ਤੇ। ਉਹ ਫਿਰ ਰੱਖੜੀਆਂ ਵਾਲੇ ਭਰਾ ਕੀ ਕਰਦੇ ਦੱਸੋ, ਹੈਨਾ। ਔਰਤ ਖੁਦ ਗੁਲਾਮੀ ਦਾ ਸ਼ਿਕਾਰ ਆ। ਦੇਖੋ ਉਹਨੂੰ ਇਹ ਪੜ੍ਹਨਾ ਪਊਗਾ, ਉਹਨੂੰ ਇਹ ਅੰਧ ਵਿਸ਼ਵਾਸੀ ਜਿਹੜੇ ਆ ਰੀਤੀ ਰਿਵਾਜਾਂ ਆ, ਤਿਉਹਾਰ ਹੈ, ਇਹਨੂੰ ਤਿਆਗਣਾ ਪਊਗਾ। ਉਹਨੂੰ ਆਪਣਾ ਅਸਤਿਤਵ ਪਛਾਣਨਾ ਪਊਗਾ। ਤਥਾਗਤ ਗੌਤਮ ਬੁੱਧ ਕਹਿੰਦੇ ਸੀ ਵੀ ਆਪਣਾ ਦੀਪਕ ਆਪ ਬਣੋ, ਆਪਣੇ ਅੰਦਰ ਦੀ ਪਛਾਣ ਕਰੋ। ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਮਨ ਚੰਗਾ ਤਾਂ ਕਟੌਤੀ ਮੇ ਗੰਗਾ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਆਪਣੇ ਮਨ ਦੇ ਵਿੱਚੋਂ ਹੀ ਤੁਸੀਂ ਰੱਬ ਨੂੰ ਪਾਓ। ਰੱਬ ਦੀ ਗੱਲ ਕਰਦੀ ਆ, ਇਹ ਜਿਹੜੀ ਕੁਦਰਤ ਹੈ ਇਹੀ ਐਕਚੁਅਲ ਚ ਰੱਬ ਆ। ਮੈਂ ਕਹਿੰਦੀ ਮੈਂ ਪਹਾੜਾਂ ਤੇ ਮੈਨੂੰ ਇੱਕ ਖੁਦਾ ਮਿਲਿਆ ਆ, ਮੈਨੂੰ ਬਹੁਤ ਸ਼ੋਹਰਤ ਮਿਲੀ ਆ, ਪਰ ਮੈਂ ਇਹੀ ਇੱਕ ਕੁਦਰਤ ਅੱਗੇ ਦੁਆ ਵੀ ਮੇਰੇ 'ਚ ਹੰਕਾਰ ਨਾ ਆਵੇ ਕਦੀ ਵੀ, ਹੈਨਾ। ਮਹਿਲਾਵਾਂ ਨੂੰ ਵੀ ਇਹੀ ਆ, ਪੜੋ ਲਿਖੋ ਤੇ ਸੰਘਰਸ਼ ਕਰੋ। ਤੁਸੀਂ ਆਪਣੇ ਠੀਕ ਆ ਸੱਸ ਸਹੁਰੇ ਦੀ ਸੇਵਾ ਕਰਦੀਆਂ ਆ, ਵਧੀਆ ਗੱਲ, ਆਪਣੇ ਮਾਪੇ ਦੀ ਕਰੋ, ਪਰ ਤੁਹਾਡਾ ਇਹ ਵੀ ਫਰਜ਼ ਆ ਵੀ ਉਹਨਾਂ ਦਾ ਨਾਮ ਵੀ ਚਮਕਾਉਣਾ ਆ। ਉਹਨਾਂ ਦਾ ਨਾਮ ਵੀ ਬੁਲੰਦੀਆਂ ਤੱਕ ਲੈ ਕੇ ਜਾਓ, ਆਪਣੇ ਪਿੰਡ ਦਾ, ਆਪਣੇ ਸਹੁਰਿਆਂ ਦਾ ਨਾਮ ਕਰੋ। ਆਪਣੇ ਭਾਰਤ ਦੇਸ਼ ਦੇ ਪਹਿਲੇ ਟੀਚਰ ਸੀ ਰਾਸ਼ਟਰਪਿਤਾ ਜੋਤੀਬਾ ਫੂਲੇ ਜੀ ਮਹਾਰਾਜ, ਮਹਿਲਾਵਾਂ ਚੋਂ ਟੀਚਰ ਸੀ ਮਾਤਾ ਸਾਵਿਤਰੀ ਬਾਈ ਫੂਲੇ, ਤੇ ਮੁਸਲਿਮ ਕਮਿਊਨਿਟੀ ਦੇ ਵਿੱਚ ਪਹਿਲੀ ਟੀਚਰ ਸੀ ਮਾਤਾ ਫਾਤਿਮਾ ਸ਼ੇਖ ਜੀ, ਹੈ ਨਾ। ਰਾਸ਼ਟਰਪਿਤਾ ਜੀ ਦਾ ਜੋਤੀਬਾ ਫੂਲੇ ਮਹਾਰਾਜ ਜੀ ਕਹਿੰਦੇ ਸੀ ਵੀ ਜਦੋਂ ਇੱਕ ਔਰਤ ਪੜ੍ਹਦੀ ਹੈ ਨਾ, ਉਹ ਦੋ ਪਰਿਵਾਰ ਚਲਾਉਂਦੀ ਹੈ, ਇੱਕ ਸਹੁਰਾ ਪਰਿਵਾਰ ਤੇ ਇੱਕ ਆਪਣਾ ਪਰਿਵਾਰ, ਮਾਇਕੇ ਦਾ ਪਰਿਵਾਰ, ਹੈ ਨਾ। ਵੀ ਜੇ ਔਰਤ ਹੀ ਗੁਲਾਮ ਹੋਈ, ਔਰਤ ਹੀ ਕੁਰੀਤੀਆਂ 'ਚ ਫਸੀ ਹੋਈ ਹੈ ਨਾ, ਤੇ ਉਹ ਆਪਣੀ ਆਉਣ ਵਾਲੀ ਸੰਤਾਨ ਨੂੰ ਕੀ ਸੇਧ ਦਊਗੀ? ਜਦੋਂ ਔਰਤ ਗੁਲਾਮ ਹੋਵੇ ਤਾਂ ਪਰਿਵਾਰ ਗੁਲਾਮ ਬਣਦਾ ਆ, ਪਰਿਵਾਰ ਗੁਲਾਮ ਹੋਵੇ ਤਾਂ ਸਮਾਜ ਗੁਲਾਮ ਬਣ ਜਾਂਦਾ, ਤੇ ਜਿਹਦਾ ਸਮਾਜ ਹੀ ਗੁਲਾਮ ਤਾਂ ਦੇਸ਼ ਹੀ ਗੁਲਾਮ ਹੋ ਗਿਆ ਨਾ। ਸੋ ਔਰਤਾਂ ਨੂੰ ਆਪਣੇ ਇਤਿਹਾਸ ਨੂੰ ਪੜ੍ਹਨਾ ਚਾਹੀਦਾ। ਝਲਕਾਰੀ ਬਾਈ ਨੂੰ ਪੜ੍ਹਨਾ ਚਾਹੀਦਾ। ਉਹ ਤਾਂ ਇਤਿਹਾਸ ਕੀ ਸੀ ਵੀ ਉਹ ਤਾਂ ਸੈਰ ਕਰਨ ਗਈ ਸ਼ੇਰਾਂ, ਜੰਗਲੀ ਸ਼ੇਰਾਂ ਦੇ ਸ਼ਿਕਾਰ ਕਰ ਜਾਂਦੀ ਸੀ। ਫਿਰ ਇਸ ਤੋਂ ਇਲਾਵਾ ਜਾਣੀ ਕਿ ਇਹਨਾਂ ਮਹਿਲਾਵਾਂ ਨੂੰ ਪੜ੍ਹਨੇ ਦੀ ਲੋੜ ਆ ਨਾ, ਇਤਿਹਾਸ ਨੂੰ ਪੜ੍ਹਨੇ ਦੀ ਲੋੜ ਆ। ਔਰ ਬਸ ਆਪਣਾ ਸਮਾਂ ਨਾ ਖਰਾਬ ਕਰੋ, ਆਪਣਾ ਇਤਿਹਾਸ ਪੜ੍ਹੋ, ਆਪਣੀਆਂ ਜੜ੍ਹਾਂ ਦੇ ਨਾਲ ਜੁੜੋ ਤੇ ਆਪਣੇ ਦੇਸ਼ ਦੀ ਤਰੱਕੀ ਕਰੋ, ਆਪਣੇ ਸਮਾਜ ਦੀ ਤਰੱਕੀ ਕਰੋ। ਪੰਜਾਬ ਟੀਵੀ ਸਮੁੱਚੀ ਟੀਮ ਵੱਲੋਂ ਤੁਹਾਡੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ। ਪਰਮਾਤਮਾ ਤੁਹਾਡਾ ਸੁਪਨਾ ਜਲਦੀ ਤੋਂ ਜਲਦੀ ਸਾਕਾਰ ਕਰੇ। ਜਾਂਦੇ ਦਰਸ਼ਕਾਂ ਨੂੰ ਕੋਈ ਉਹ ਸੰਦੇਸ਼ ਦੇਣਾ ਚਾਹੁੰਦੇ ਹੋ? ਬਸ ਇਹੀ ਦੇਣਾ ਚਾਹੂੰਗੀ ਵੀ ਵਧੀਆ ਆਪਣੇ ਇੱਕ ਸੁਪਨੇ ਉਹ ਦੇਖੋ ਸੁਪਨੇ ਹਰ ਕੋਈ ਖੁੱਲੀਆਂ ਅੱਖਾਂ ਨਾਲ ਦੇਖਦਾ ਆ, ਬੰਦ ਅੱਖਾਂ ਨਾਲ ਦੇਖਦਾ ਆ, ਪਰ ਉਹ ਸੁਪਨੇ ਉਹ ਆ ਵੀ ਜਿਹੜੇ ਸੌਣ ਨਾ ਦੇਣ, ਹੈ ਨਾ। ਬਹੁਤ ਸਮਾਂ 7-8 ਸਾਲ ਹੋ ਗਏ ਆ ਤੇ ਮੈਂ ਇੱਕ ਸਾਇਲੈਂਟ ਆ ਨਾ, most of time I am a silent, but one day my success will shake all the world। ਇੱਕ ਦਿਨ ਵੀ ਮੇਰੀ ਜਿਹੜੀ ਸਫਲਤਾ ਹੈ ਉਹ ਪੂਰੇ ਦੇਸ਼ 'ਚ ਗੂੰਜੂਗੀ। ਤੇ ਵਧੀਆ ਲੋਕਾਂ ਨੂੰ ਫੋਲੋ ਕਰੋ, ਕਿਉਂਕਿ ਇਹ ਵੀ ਮੈਂ ਕਹੂੰਗੀ ਵੀ ਜਿਹਨੂੰ ਤੁਸੀਂ ਫੋਲੋ ਕਰਦੇ ਆ, ਮਤਲਬ ਕਿਸੇ ਖਿਡਾਰੀ ਨੂੰ ਜਾਂ ਕਿਸੇ ਇਹੋ ਜਿਹੇ ਬੰਦੇ ਨੂੰ ਜਿਹਨੇ ਕੁਝ ਵਧੀਆ ਕੀਤਾ ਜ਼ਿੰਦਗੀ 'ਚ, ਉਹਦੇ ਫੈਨ ਆ, ਤੇ ਤੁਹਾਡਾ ਵੀ ਫਰਜ਼ ਆ ਵੀ ਤੁਸੀਂ ਵੀ ਉਹਦੇ ਵਾਂਗੂ ਬਣੋ। ਹੁਣ ਜਿੱਦਾਂ ਕਿ ਮੈਨੂੰ ਰਾਉਂਡਾ ਰੋਜ਼ੀ ਪਸੰਦ ਆ, MMA ਫਾਈਟਰ ਆ ਨਾ, ਹੁਣ ਮੈਂ ਉਹਨੂੰ ਜ਼ਿਆਦਾ ਦੇਦੀ, ਮੈਂ ਇੰਸਪਾਇਰ ਹੁੰਦੀ ਉਹਦੇ ਤੋਂ। ਤੇ ਅਗਰ ਮੈਂ ਉਹਦੀ ਫੈਨ ਆ ਤੇ ਮੇਰਾ ਵੀ ਫਰਜ਼ ਬਣਦਾ ਵੀ ਮੈਂ ਉਹਦੇ ਵਾਂਗੂ ਕੁਛ ਹੱਦ ਤੱਕ ਤਾਂ ਆਪਣੇ ਨੂੰ ਬਣਾਵਾਂ ਕਿ ਨਹੀਂ। ਬਾਕੀ ਇਹ ਆ ਵੀ ਕਿਸੇ ਦਾ ਬੱਚਾ ਦੇਖੋ, ਉਹਨੂੰ ਪੜ੍ਹਾਵੋ, ਇੱਕ ਸਿੱਖਿਆ ਨੂੰ ਸਿਰਫ ਇੱਕ ਧੰਦਾ ਨਾ ਬਣਾਵੋ, ਹੈ ਨਾ। ਟਿਊਸ਼ਨਾਂ ਦੇ ਨਾਮ ਤੇ ਪੈਸੇ ਨਾ ਲਓ। ਬਸ ਇਹ ਆ ਵੀ ਕਿਸੇ ਦਾ ਗਰੀਬ ਬੱਚਾ ਦੇ ਕੇ ਉਹਨੂੰ ਪੜ੍ਹਾਵੋ,
ਸਮਾਜ ਦੇ ਵਿੱਚ ਇੱਕ ਦੂਜੇ ਦਾ ਮੋਢਾ ਜੋੜ ਕੇ ਅੱਗੇ ਵਧੋ ਤੇ ਇਸ ਤੋਂ ਇਲਾਵਾ ਆਪਣੀ ਇਨਕਮ ਦੇ ਵਿੱਚੋਂ ਦੇਖੋ ਕਿਸੇ ਗਰੀਬ ਦਾ ਭਲਾ ਜੇ ਹੋ ਸਕਦਾ ਹੈ ਤਾਂ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਵੀ ਕਹਿੰਦੇ ਸੀ ਵੀ ਜੇ ਤੁਸੀਂ ਆਪਣੀ ਇਨਕਮ ਦਾ 10ਵਾਂ ਹਿੱਸਾ ਵੀ ਲੋੜਵੰਦਾਂ ਤੇ ਜਾਂ ਕਿਸੇ ਦੀ ਪੜ੍ਹਾਈ ਤੇ ਲਾਉਂਦੇ ਆ ਤਾਂ ਇਸ ਦੇਸ਼ ਨੂੰ ਸ਼ਕਤੀਸ਼ਾਲੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਤੇ ਜੇਕਰ ਤੁਸੀਂ ਨਹੀਂ ਲਾਉਂਦੇ, ਕਿਸੇ ਦਾ ਬੱਚਾ ਨਹੀਂ ਪੜਾਉਂਦੇ ਜਾਂ ਕਹਿ ਦੋ ਵੀ ਕਿਸੇ ਨੂੰ ਅੱਗੇ ਨਹੀਂ ਵਧਾਉਣ ਦੇ ਵਿੱਚ ਲਾਉਂਦੇ ਤਾਂ ਫਿਰ ਇਸ ਦੇਸ਼ ਦਾ ਪਤਨ ਹੋਣ ਤੋਂ ਵੀ ਕੋਈ ਨਹੀਂ ਰੋਕ ਸਕਦਾ ਨਾ। ਸੋ ਇਹ ਸਾਰਿਆਂ ਦਾ ਦੇਸ਼ ਆ, ਸਭ ਨੂੰ ਮਿਲ ਕੇ ਹੀ ਕਰਨਾ ਚਾਹੀਦਾ ਤੇ ਮਹਿਲਾਵਾਂ ਨੂੰ ਖਾਸ ਕਰਕੇ ਪੜ੍ਹਨਾ ਲਿਖਣਾ ਜ਼ਰੂਰ ਚਾਹੀਦਾ ਆ, ਅੰਧ ਵਿਸ਼ਵਾਸਾਂ ਚੋਂ ਨਿਕਲਣਾ ਚਾਹੀਦਾ ਆ ਤੇ ਆਪਣੇ ਦੇਸ਼ ਦਾ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨਾ ਚਾਹੀਦਾ।